ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਈਟੀਟੀ ਦਾ ਸੈਕੰਡ ਐਗਜ਼ਾਮ ਦੇਣ ਜਾ ਰਹੇ ਔਰ ਐਸਐਸਟੀ ਮਾਸਟਰ ਕਾਡਰ ਦਾ ਐਗਜ਼ਾਮ ਦੇਣ ਜਾ ਰਹੇ ਵਿਦਿਆਰਥੀ ਜਿਨ੍ਹਾਂ ਨੇ ਸਿਕਸ ਚੂਜ਼ ਕੀਤਾ ਜੀ, ਉਹਨਾਂ ਵਾਸਤੇ ਅੱਜ ਆਪਾਂ ਲੈਸਨ ਨੰਬਰ 6 ਦੇ ਵਿੱਚ ਭਾਰਤੀ ਲੋਕਤੰਤਰ ਦੇ ਸਰੂਪ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ 35 MCQs ਉਹ ਡਿਸਕਸ ਕਰਾਂਗੇ ਜੀ। ਸੋ ਜਿੰਨੇ ਵੀ ਕੁਐਸਚਨ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿਹੜੀਆਂ ਬੁੱਕਸ ਨੇ 10th ਲੈਵਲ ਤੱਕ ਦੀਆਂ, ਉਸ ਦੇ ਵਿੱਚੋਂ ਕੁਐਸਚਨ ਲੈ ਕੇ ਨੇ, ਕਿਉਂਕਿ ਜਿਹੜਾ ਸਿਲੇਬਸ ਦੱਸਿਆ ਗਿਆ ਈਟੀਟੀ ਦੇ ਸੈਕੰਡ ਐਗਜ਼ਾਮ ਦੇ ਲਈ ਉਹ 10th ਲੈਵਲ ਤੱਕ ਦਾ ਹੀ ਜਿਹੜਾ ਦੱਸਿਆ ਗਿਆ। ਸੋ ਇਸ ਕਰਕੇ ਜਿੰਨੇ ਵੀ ਕੁਐਸਚਨ ਇੱਕ ਚੈਪਟਰ ਦੇ ਵਿੱਚੋਂ ਜਾਂ ਇੱਕ ਟੌਪਿਕ ਦੇ ਵਿੱਚੋਂ ਬਣਦੇ ਨੇ, ਉਹ ਅਸੀਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਜੀ। ਹੁਣ ਤੱਕ ਕਾਫੀ ਵੀਡੀਓ ਅਪਲੋਡ ਨੇ ਜੀ। ਸੋ ਹੁਣ ਤੱਕ ਦੇ ਜਿਹੜੇ ਟੌਪਿਕ ਨੇ ਔਰ ਹਿਸਟਰੀ ਆਫ ਪੰਜਾਬ ਦੀਆਂ ਜਿਹੜੀਆਂ ਵੀਡੀਓ ਨੇ, ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਜਿਹੜੀ ਆ ਸ਼ੋਅ ਹੋ ਜਾਏਗੀ। ਸੋ ਜਿਸ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਆਪਣੀ ਪ੍ਰੈਪਰੇਸ਼ਨ ਹੈ ਮਾਸਟਰ ਕਾਡਰ ਦੀ ਜਾਂ ਈਟੀਟੀ ਸੈਕੰਡ ਐਗਜ਼ਾਮ ਦੀ ਉਹ ਕਰ ਸਕਦੇ ਹੋ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਫਸਟ ਕੁਐਸਚਨ ਹੈ ਅੱਜ ਦਾ ਆਪਣਾ, ਜੇਕਰ ਕਾਰਜਪਾਲਿਕਾ ਵਿਧਾਨਪਾਲਿਕਾ ਪ੍ਰਤੀ ਜ਼ਿੰਮੇਵਾਰ ਹੈ ਅਤੇ ਦੋਹਾਂ ਦੇ ਵਿਚਕਾਰ ਦਾ ਬਹੁਤ ਨੇੜੇ ਦਾ ਸੰਬੰਧ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ। ਆਪਸ਼ਨ ਏ ਹੈ ਜੀ ਪ੍ਰਧਾਨਾਤਮਕ ਸਰਕਾਰ, ਆਪਸ਼ਨ ਬੀ ਹੈ ਸੰਸਦੀ ਸਰਕਾਰ, ਆਪਸ਼ਨ ਸੀ ਹੈ ਏ ਤੇ ਬੀ ਦੋਨੋਂ, ਆਪਸ਼ਨ ਡੀ ਹੈ ਸੰਘਾਤਮਕ ਸਰਕਾਰ। ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਆਏਗਾ ਜੀ। ਸੋ ਭਾਰਤ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਸੰਸਦੀ ਸਰਕਾਰ ਹੈ ਜੀ। ਸੋ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਦੀਆਂ ਵੀਡੀਓ ਦੇ ਵਿੱਚ ਜੀ, ਜਿਸ ਦੇ ਵਿੱਚ ਆਪਾਂ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ, ਔਰ ਸੰਸਦੀ ਸਰਕਾਰ ਦੇ ਵਿੱਚ ਜਿਹੜੇ ਸਾਡੇ ਦੋ ਸਦਨੀ ਵਿਧਾਨਪਾਲਿਕਾ ਹੈ, ਰਾਜ ਸਭਾ ਲੋਕ ਸਭਾ, ਸੋ ਉਸ ਦੇ ਨਾਲ ਰਿਲੇਟਡ ਜਿਹੜੇ ਆਪਾਂ ਕੁਐਸਚਨ ਨੇ ਉਹ ਕਰ ਚੁੱਕੇ ਹਾਂ ਜੀ। ਸੋ ਯਾਦ ਰੱਖਣਾ ਕਿ ਦੋ ਰੂਪ ਨੇ ਜੀ, ਪ੍ਰਧਾਨਾਤਮਕ ਲੋਕਤੰਤਰ ਦੇ ਦੋ ਰੂਪ ਆਪਾਂ ਪੜ੍ਹੇ ਸੀ, ਪ੍ਰਧਾਨਾਤਮਕ ਅਤੇ ਸੰਸਦੀ ਸਰਕਾਰ। ਸੋ ਭਾਰਤ ਦੇ ਵਿੱਚ ਸੰਸਦੀ ਸਰਕਾਰ ਹੈ ਜੀ, ਕਿਉਂਕਿ ਭਾਰਤ ਦੇ ਵਿੱਚ ਜਿਹੜੀ ਕਾਰਜਪਾਲਿਕਾ ਹੈ ਉਹ ਵਿਧਾਨਪਾਲਿਕਾ ਦੇ ਪ੍ਰਤੀ ਜ਼ਿੰਮੇਵਾਰ ਹੈ ਜੀ। ਔਰ ਦੂਸਰੀ, ਜੇਕਰ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹੈ ਤਾਂ ਉਹ ਕਿਹੜੀ ਸਰਕਾਰ ਹੁੰਦੀ ਹੈ? ਪ੍ਰਧਾਨਾਤਮਕ ਸਰਕਾਰ। ਸੋ ਇਹ ਚੀਜ਼ ਆਪਾਂ ਯਾਦ ਰੱਖਣੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 2, ਪਹਿਲੀ ਲੋਕ ਸਭਾ ਦਾ ਗਠਨ ਹੋਇਆ। ਆਪਸ਼ਨ ਏ ਜੀ 17 ਅਪ੍ਰੈਲ 1951, ਆਪਸ਼ਨ ਬੀ ਜੀ 17 ਅਪ੍ਰੈਲ 1952, ਆਪਸ਼ਨ ਸੀ ਹੈ ਜੀ 15 ਅਗਸਤ 1952, ਆਪਸ਼ਨ ਡੀ ਹੈ ਜੀ 26 ਜਨਵਰੀ 1950। ਤਾਂ ਲੋਕ ਸਭਾ ਆਪਾਂ ਨੂੰ ਪਤਾ ਹੈ ਕਿ ਜਿਹੜਾ ਹੈ ਹੇਠਲਾ ਸਦਨ ਹੈ ਜੀ ਸੰਸਦ ਦਾ, ਔਰ ਪਹਿਲੀ ਲੋਕ ਸਭਾ ਦਾ ਜਿਹੜਾ ਗਠਨ ਹੋਇਆ ਸੀ ਜੀ ਆਪਸ਼ਨ ਬੀ ਸਹੀ ਆਨਸਰ ਹੈ 17 ਅਪ੍ਰੈਲ 1952 ਨੂੰ, ਔਰ ਜਿਹੜੀ ਪਹਿਲੀ ਬੈਠਕ ਹੋਈ ਸੀ ਉਹ 17 ਮਈ 1952 ਨੂੰ ਹੋਈ ਸੀ। ਜੇਕਰ ਪੁੱਛਿਆ ਜਾਏ ਕਿ ਲੋਕ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ ਤਾਂ 13 ਮਈ 1952 ਨੂੰ ਹੋਈ ਸੀ। ਪਹਿਲੀਆਂ ਜੇਕਰ ਪੁੱਛਿਆ ਜਾਏ ਕਿ ਜਿਹੜੀਆਂ ਚੋਣਾਂ ਨੇ, ਆਮ ਚੋਣਾਂ ਨੇ ਕਦੋਂ ਹੋਈਆਂ ਸੀ ਪਹਿਲੀਆਂ, ਤਾਂ ਉਹ ਹੋਈਆਂ ਸੀ 1952 ਦੇ ਵਿੱਚ ਜੀ। ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 3 ਹੈ ਜੀ, ਭਾਰਤ ਦਾ ਮੁਖੀ ਰਾਸ਼ਟਰਪਤੀ ਹੈ ਜਿਸ ਦੀ ਚੋਣ ਜਨਤਾ ਦੁਆਰਾ ਕੀਤੀ ਜਾਂਦੀ ਹੈ। ਆਪਸ਼ਨ ਏ ਹੈ ਜੀ ਪ੍ਰਤੱਖ ਰੂਪ ਵਿੱਚ, ਆਪਸ਼ਨ ਬੀ ਹੈ ਜੀ ਅਪ੍ਰਤੱਖ ਰੂਪ ਦੇ ਵਿੱਚ, ਆਪਸ਼ਨ ਸੀ ਹੈ ਜੀ ਏ ਐਂਡ ਬੀ ਦੋਨੋਂ, ਆਪਸ਼ਨ ਡੀ ਹੈ ਜੀ ਕਥਨ ਗਲਤ ਹੈ। ਸੋ ਆਪਾਂ ਜਾਣਦੇ ਹਾਂ ਕਿ ਭਾਰਤ ਦਾ ਜਿਹੜਾ ਸੰਵਿਧਾਨਕ ਮੁਖੀਆ ਹੈ ਉਹ ਰਾਸ਼ਟਰਪਤੀ ਹੈ ਜੀ। ਦੇਸ਼ ਦਾ ਪਹਿਲਾ ਨਾਗਰਿਕ ਜੇਕਰ ਪੁੱਛਿਆ ਜਾਂਦਾ ਤਾਂ ਉਹ ਵੀ ਰਾਸ਼ਟਰਪਤੀ ਹੈ ਜੀ, ਔਰ ਦੇਸ਼ ਦੀ ਜਿਹੜੀ ਜਨਗਣਨਾ ਦੀ ਸ਼ੁਰੂਆਤ ਹੈ ਉਹ ਹਮੇਸ਼ਾ ਰਾਸ਼ਟਰਪਤੀ ਤੋਂ ਕੀਤੀ ਜਾਂਦੀ ਹੈ। ਸੋ ਸੰਵਿਧਾਨਕ ਮੁਖੀਆ ਜਿਹੜਾ ਰਾਸ਼ਟਰਪਤੀ ਹੈ, ਪਰ ਕਾਰਜਪਾਲਿਕਾ ਦਾ ਜਿਹੜਾ ਅਸਲ ਮੁਖੀਆ ਹੈ ਉਹ ਪ੍ਰਧਾਨ ਮੰਤਰੀ ਹੈ। ਸੰਵਿਧਾਨ ਮੁਖੀਆ ਜਾਂ ਨਾਮਾਤਰ ਮੁਖੀਆ ਪੁੱਛਿਆ ਜਾਂਦਾ ਤਾਂ ਉਹ ਰਾਸ਼ਟਰਪਤੀ ਹੈ ਜੀ, ਜਿਸ ਦੀ ਚੋਣ ਅਪ੍ਰਤੱਖ ਰੂਪ ਦੇ ਵਿੱਚ, ਇਨਡਾਇਰੈਕਟਿਵ ਰੂਪ ਦੇ ਵਿੱਚ ਜਿਹੜੀ ਹੈ ਹੁੰਦੀ ਹੈ। ਜਿਹੜੀਆਂ ਚੁਣੇ ਹੋਏ ਮੈਂਬਰ ਨੇ ਵਿਧਾਨ ਸਭਾਵਾਂ ਦੇ, ਔਰ ਇਸ ਤੋਂ ਇਲਾਵਾ ਜਿਹੜਾ ਸੰਸਦ ਦੇ, ਰਾਜ ਸਭਾ ਦੇ ਅਤੇ ਲੋਕ ਸਭਾ ਦੇ ਜਿਹੜੇ ਮੈਂਬਰ ਨੇ, ਸੋ ਇੱਕ ਜਿਹੜਾ ਚੋਣ ਮੰਡਲ ਹੈ ਉਸ ਦੇ ਦੁਆਰਾ ਰਾਸ਼ਟਰਪਤੀ ਦੀ ਚੋਣ ਇਨਡਾਇਰੈਕਟ ਵੇ ਦੇ ਵਿੱਚ ਕੀਤੀ ਜਾਂਦੀ ਹੈ। ਸਿੱਧੀ ਲੋਕਾਂ ਦੁਆਰਾ ਜਿਹੜੀ ਰਾਸ਼ਟਰਪਤੀ ਦੀ ਚੋਣ ਹੈ ਉਹ ਨਹੀਂ ਹੁੰਦੀ। ਅੱਗੇ ਜੀ ਕੁਐਸਚਨ ਨੰਬਰ 4, ਭਾਰਤ ਵਿੱਚ ਚੋਣ ਪ੍ਰਕਿਰਿਆ ਦਾ ਸਭ ਤੋਂ ਪਹਿਲਾ ਪੜਾਅ ਹੈ। ਆਪਸ਼ਨ ਏ ਜੀ ਚੋਣ ਮਿਤੀ ਦਾ ਐਲਾਨ ਕਰਨਾ, ਆਪਸ਼ਨ ਬੀ ਹੈ ਜੀ ਮਤਦਾਤਾ ਸੂਚੀ ਤਿਆਰ ਕਰਨਾ, ਆਪਸ਼ਨ ਸੀ ਹੈ ਜੀ ਚੋਣ ਖੇਤਰ ਨਿਸ਼ਚਿਤ ਕਰਨਾ, ਆਪਸ਼ਨ ਡੀ ਹੈ ਜੀ ਨਾਮਜ਼ਦਗੀ ਫਾਰਮ ਭਰਨਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ ਚੋਣ ਖੇਤਰ ਨਿਸ਼ਚਿਤ ਕਰਨਾ ਜਿਹੜਾ ਸਭ ਤੋਂ ਪਹਿਲਾ ਪੜਾਅ ਹੈ ਜੀ। ਸੋ ਸਭ ਤੋਂ ਪਹਿਲਾਂ ਜਿਹੜਾ ਚੋਣ ਪ੍ਰਕਿਰਿਆ ਦੇ ਵਿੱਚ ਚੋਣ ਖੇਤਰ ਇੱਕ ਨਿਸ਼ਚਿਤ ਕੀਤਾ ਜਾਂਦਾ ਕਿ ਇਸ ਖੇਤਰ ਦੇ ਵਿੱਚੋਂ, ਇਸ ਏਰੀਏ ਦੇ ਵਿੱਚੋਂ ਇੱਕ ਜਿਹੜਾ ਕੈਂਡੀਡੇਟ ਹੈ ਉਹ ਖੜਾ ਹੋਵੇਗਾ, ਯਾਨੀ ਕਿ ਇੱਕ ਚੁਣਿਆ ਜਾਵੇਗਾ। ਖੜੇ ਕਿੰਨੇ ਵੀ ਹੋ ਸਕਦੇ ਨੇ, ਕਿੰਨੀਆਂ ਵੀ ਪਾਰਟੀਆਂ ਦੇ, ਪਰ ਇੱਕ ਨਿਸ਼ਚਿਤ ਖੇਤਰ ਦੇ ਵਿੱਚੋਂ ਜਿਹੜਾ ਇੱਕ ਮੈਂਬਰ ਹੀ ਜਿਹੜਾ ਉਹ ਚੁਣਿਆ ਜਾਂਦਾ। ਖੜਨ ਨੂੰ ਅਲੱਗ-ਅਲੱਗ ਪਾਰਟੀਆਂ ਦੇ ਮੈਂਬਰ ਜਿਹੜੇ ਨੇ 2, 4, 6 ਜਿੰਨੇ ਮਰਜ਼ੀ ਖੜ ਸਕਦੇ ਨੇ, ਬਟ ਉਸ ਨਿਸ਼ਚਿਤ ਚੋਣ ਖੇਤਰ ਦੇ ਵਿੱਚੋਂ ਇੱਕ ਹੀ ਜਿਹੜਾ ਨੁਮਾਇੰਦਾ ਉਹ ਚੁਣਿਆ ਜਾਂਦਾ ਜੀ। ਸੋ ਇਹ ਸਟੈਪ ਨੇ ਜੀ ਭਾਰਤੀ ਚੋਣ ਪ੍ਰਕਿਰਿਆ ਦੇ। ਸਭ ਤੋਂ ਪਹਿਲਾਂ ਚੋਣ ਖੇਤਰ ਨਿਸ਼ਚਿਤ ਕਰਨਾ ਹੈ ਜੀ,
ਉਸ ਤੋਂ ਬਾਅਦ ਫਿਰ ਮਤਦਾਤਾ ਜਿਹੜੀ ਸੂਚੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਵੀ ਕਿੰਨੇ ਵੋਟਰ ਨੇ, ਔਰ ਉਸ ਤੋਂ ਬਾਅਦ ਫਿਰ ਜਿਹੜਾ ਹੈ ਚੋਣ ਮਿਤੀ ਦਾ ਐਲਾਨ ਕੀਤਾ ਜਾਂਦਾ। ਫਿਰ ਆਪਾਂ ਨੂੰ ਪਤਾ ਕਿ ਨਾਮਜ਼ਦਗੀ ਜਿਹੜੇ ਫਾਰਮ ਨੇ ਉਹ ਉਮੀਦਵਾਰ ਵੱਲੋਂ ਜਿਨ੍ਹਾਂ ਨੇ ਚੋਣ 'ਚ ਖੜਨਾ ਉਹਨਾਂ ਵੱਲੋਂ ਨਾਮਜ਼ਦਗੀ ਫਾਰਮ ਜਿਹੜੇ ਨੇ ਰਿਟਰਨਿੰਗ ਅਫਸਰ ਦੇ ਕੋਲ ਭਰੇ ਜਾਂਦੇ ਨੇ। ਜੇਕਰ ਪੁੱਛਿਆ ਜਾਏ ਕਿ ਨਾਮਜ਼ਦਗੀ ਫਾਰਮ ਜਿਹੜੇ ਕਿਸ ਕੋਲ ਭਰੇ ਜਾਂਦੇ ਨੇ, ਰਿਟਰਨਿੰਗ ਅਫਸਰ ਕੋਲ ਜੀ। ਉਸ ਤੋਂ ਬਾਅਦ ਫਿਰ ਜੇਕਰ ਕੋਈ ਨਹੀਂ ਉਮੀਦਵਾਰ ਜਿਹੜਾ ਹੈ ਜਾਂਚ ਪੜਤਾਲ ਕਰਨ ਉਪਰੰਤ, ਜਾਂ ਤਾਂ ਕਈਆਂ ਦੇ ਤਾਂ ਫਾਰਮ ਰੱਦ ਹੋ ਜਾਂਦੇ ਨੇ, ਪਰ ਜਾਂਚ ਪੜਤਾਲ ਤੋਂ ਬਾਅਦ ਜੇਕਰ ਕੋਈ ਉਮੀਦਵਾਰ ਵਾਪਸ ਨਾ ਲੈਣਾ ਚਾਹੁੰਦਾ, ਨਾਮ ਵਾਪਸ ਵੀ ਲੈ ਸਕਦਾ। ਫਿਰ ਉਸਨੂੰ ਚੋਣ ਨਿਸ਼ਾਨ ਦਿੱਤਾ ਜਾਂਦਾ। ਫਿਰ ਚੋਣ ਮੁਹਿੰਮ ਜਿਹੜੀ ਸ਼ੁਰੂ ਹੁੰਦੀ ਹੈ, ਫਿਰ ਵੋਟਾਂ ਪੈਂਦੀਆਂ ਨੇ, ਔਰ ਉਸ ਤੋਂ ਬਾਅਦ ਜਿਹੜਾ ਹੈ ਨਤੀਜੇ ਆਉਂਦੇ ਨੇ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 5 ਹੈ ਜੀ, ਲੋਕ ਸਭਾ ਲਈ ਚੋਣ ਖੇਤਰ ਨਿਸ਼ਚਿਤ ਕੀਤਾ ਜਾਂਦਾ ਹੈ। ਆਪਸ਼ਨ ਏ ਜੀ ਖੇਤਰਫਲ ਦੇ ਆਧਾਰ 'ਤੇ, ਆਪਸ਼ਨ ਬੀ ਹੈ ਜੀ ਜਨਸੰਖਿਆ ਦੇ ਆਧਾਰ 'ਤੇ, ਆਪਸ਼ਨ ਸੀ ਹੈ ਜੀ ਉਪਰੋਕਤ ਦੋਵੇਂ, ਆਪਸ਼ਨ ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ। ਸੋ ਜਨਸੰਖਿਆ ਦੇ ਆਧਾਰ 'ਤੇ ਜਿਹੜਾ ਹੈ ਖੇਤਰ ਜਿਹੜਾ ਨਿਸ਼ਚਿਤ ਕੀਤਾ ਜਾਂਦਾ ਕਿ ਇਸ ਖੇਤਰ ਦੇ ਵਿੱਚੋਂ ਜਿਹੜਾ ਇੱਕ ਉਮੀਦਵਾਰ ਖੜੇਗਾ। ਨੈਕਸਟ ਹੈ ਜੀ ਕੁਐਸਚਨ ਨੰਬਰ ਇੱਕ ਉਮੀਦਵਾਰ ਜਿਹੜਾ ਚੁਣਿਆ ਜਾਵੇਗਾ। ਨੈਕਸਟ ਹੈ ਜੀ ਕੁਐਸਚਨ ਨੰਬਰ 6, ਹਰੇਕ ਉਮੀਦਵਾਰ ਨੂੰ ਚੋਣ ਸਮਾਪਤ ਹੋਣ ਤੋਂ ਕਿੰਨੇ ਸਮੇਂ ਦੇ ਅੰਦਰ ਚੋਣ ਵਿੱਚ ਖਰਚ ਕੀਤੇ ਜਾਣ ਵਾਲੇ ਧਨ ਦਾ ਵੇਰਵਾ ਚੋਣ ਆਯੋਗ ਨੂੰ ਭੇਜਣਾ ਪੈਂਦਾ ਹੈ। ਆਪਸ਼ਨ ਏ ਹੈ ਜੀ 30 ਦਿਨਾਂ ਅੰਦਰ, ਆਪਸ਼ਨ ਬੀ ਜੀ 40 ਦਿਨਾਂ ਅੰਦਰ, ਆਪਸ਼ਨ ਸੀ ਹੈ ਜੀ 45 ਦਿਨਾਂ ਅੰਦਰ, ਆਪਸ਼ਨ ਡੀ ਹੈ ਜੀ 60 ਦਿਨਾਂ ਦੇ ਅੰਦਰ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ। ਸੋ 45 ਦਿਨਾਂ ਦੇ ਅੰਦਰ ਅੰਦਰ ਚੋਣ ਆਯੋਗ ਨੂੰ ਦੱਸਣਾ ਪੈਂਦਾ ਹੈ ਕਿ ਕਿੰਨਾ ਜਿਹੜਾ ਖਰਚ ਕੀਤਾ ਗਿਆ ਹੈ ਲੋਕ ਸਭਾ ਦੀ ਚੋਣ ਲੜਨ ਦੇ ਲਈ ਜੀ। ਸੋ ਜਿਹੜੀ ਇਹ ਰਾਸ਼ੀ ਇਹ ਵੀ ਨਿਸ਼ਚਿਤ ਕੀਤੀ ਗਈ ਹੈ, ਜਿਵੇਂ ਵਰਤਮਾਨ ਸਮੇਂ ਲੋਕ ਸਭਾ ਦੇ ਵਿੱਚ ਜਿਹੜਾ ਨਿਰਵਾਚਨ ਖੇਤਰ ਦੇ ਲਈ ਚੋਣ ਖਰਚ ਵੱਧ ਤੋਂ ਵੱਧ ਜਿਹੜੀ ਸੀਮਾ ਉਹ 40 ਲੱਖ ਤੱਕ ਹੈ, ਯਾਨੀ ਕਿ 40 ਲੱਖ ਤੱਕ ਜਿਹੜਾ ਇੱਕ ਉਮੀਦਵਾਰ ਹੈ ਉਹ ਖਰਚ ਕਰ ਸਕਦਾ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 7 ਹੈ ਜੀ, ਵਰਤਮਾਨ ਸਮੇਂ ਕਿੰਨੇ ਮੈਂਬਰੀ ਚੋਣ ਆਯੋਗ ਹੈ। ਆਪਸ਼ਨ ਏ ਹੈ ਜੀ 4, ਆਪਸ਼ਨ ਬੀ ਹੈ ਜੀ 5, ਆਪਸ਼ਨ ਸੀ ਹੈ ਜੀ 3, ਆਪਸ਼ਨ ਡੀ ਹੈ ਜੀ 8। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਹੈ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਇੱਕ ਨਿਰਪੱਖ ਚੋਣ ਆਯੋਗ ਦੀ ਸਥਾਪਨਾ ਜਿਹੜੀ ਉਹ ਕੀਤੀ ਹੈ, ਔਰ ਇਹ ਜਿਹੜੀਆਂ ਚੋਣਾਂ ਕਰਵਾਉਂਦਾ ਜਾਂ ਮਤਦਾਤਾ ਸੂਚੀ ਤਿਆਰ ਕਰਨੀ, ਇਹ ਸਾਰਾ ਕੁਝ ਜਿਹੜਾ ਚੋਣ ਆਯੋਗ ਕਰਵਾਉਂਦਾ। ਔਰ ਇਸ ਸਮੇਂ ਜਿਹੜੇ 3 ਮੈਂਬਰ ਨੇ ਜੀ, ਆਪਸ਼ਨ ਸੀ ਜਿਹੜਾ ਸਹੀ ਆਨਸਰ ਆਏਗਾ ਜੀ। ਚੋਣ ਆਯੋਗ ਦੇ ਵਰਤਮਾਨ ਸਮੇਂ 3 ਮੈਂਬਰ। ਕੁਐਸਚਨ ਨੰਬਰ 8 ਹੈ ਜੀ, ਚੋਣ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕਿੰਨੇ ਸਾਲ ਲਈ ਕੀਤੀ ਜਾਂਦੀ ਹੈ। ਆਪਸ਼ਨ ਏ ਜੀ 5 ਸਾਲ, ਆਪਸ਼ਨ ਬੀ ਹੈ ਜੀ 6 ਸਾਲ, ਆਪਸ਼ਨ ਸੀ ਹੈ ਜੀ 10 ਸਾਲ, ਆਪਸ਼ਨ ਡੀ ਹੈ ਜੀ ਸਮਾਂ ਨਿਸ਼ਚਿਤ ਨਹੀਂ ਹੈ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ। ਸੌਰੀ ਇਹਨੂੰ ਬੀ ਕਹਿ ਲਓ ਜਾਂ ਸੀ ਕਹਿ ਲਓ, 6 ਸਾਲ ਦਾ ਹੁੰਦਾ ਜੀ ਇਹਦਾ ਜਿਹੜਾ ਕਾਰਜਕਾਲ ਆਪਾਂ ਕਹਿ ਸਕਦੇ ਹਾਂ। ਔਰ ਜੇਕਰ ਪੁੱਛਿਆ ਜਾਏ ਕਿ ਜਿਹੜਾ 3 ਮੈਂਬਰੀ ਵਰਤਮਾਨ ਚੋਣ ਆਯੋਗ ਹੈ ਉਹਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ, ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਕਿੰਨੇ ਸਮੇਂ ਲਈ ਕੀਤੀ ਜਾਂਦੀ ਹੈ, 6 ਸਾਲ ਲਈ। ਨੈਕਸਟ ਹੈ ਜੀ ਕੁਐਸਚਨ ਨੰਬਰ 9, ਚੋਣ ਆਯੋਗ ਨੂੰ ਜਾਂ ਇਸ ਦੇ ਮੈਂਬਰਾਂ ਨੂੰ ਸੰਸਦ ਕਿੰਨੇ ਬਹੁਮਤ ਨਾਲ ਹਟਾ ਸਕਦੀ ਹੈ। ਆਪਸ਼ਨ ਹੈ ਜੀ 2/3, ਆਪਸ਼ਨ ਬੀ ਹੈ ਜੀ 1/4, ਆਪਸ਼ਨ ਸੀ ਹੈ ਜੀ 1/2, ਆਪਸ਼ਨ ਡੀ ਹੈ ਜੀ 1/6। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਹੈ ਜੀ। ਸੋ ਸੁਪਰੀਮ ਕੋਰਟ ਦੇ ਜੱਜ ਵਾਂਗ ਹੀ ਜਿਹੜਾ ਹੈ ਚੋਣ ਆਯੋਗ ਨੂੰ ਵੀ ਉਸਦੇ ਸਮੇਂ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ ਸੰਸਦ ਦੇ ਬਹੁਮਤ, ਪਰ ਨਾਲ ਹੀ ਜਿਹੜਾ ਬਹੁਮਤ ਦਾ 2/3 ਹਿੱਸਾ। ਸੋ ਹਾਜ਼ਰ ਮੈਂਬਰ ਜਿਹੜੇ ਨੇ 2/3 ਉਹਨਾਂ ਦੇ 2/3 ਬਹੁਮਤ ਦੇ ਨਾਲ ਜਿਹੜਾ ਹੈ ਚੋਣ ਆਯੋਗ ਨੂੰ ਹਟਾ ਸਕਦੇ ਨੇ। ਕੁਐਸਚਨ ਨੰਬਰ 10 ਹੈ ਜੀ, ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਹੋਇਆ। ਆਪਸ਼ਨ ਏ ਜੀ 1985, ਆਪਸ਼ਨ ਬੀ ਹੈ ਜੀ 1885, ਆਪਸ਼ਨ ਸੀ ਹੈ ਜੀ 1984, ਆਪਸ਼ਨ ਡੀ ਹੈ ਜੀ 1935। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ। ਸੋ 1985, 28 ਦਸੰਬਰ 1985 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੀ ਜਿਹੜੀ ਸਥਾਪਨਾ ਹੋਈ ਸੀ ਜੀ, ਔਰ ਇੱਕ ਅੰਗਰੇਜ਼ ਅਧਿਕਾਰੀ A.O. ਹਿਊਮ ਨੇ ਜਿਹੜਾ ਹੈ ਇਸ ਦੀ ਸਥਾਪਨਾ ਕੀਤੀ ਸੀ, ਔਰ ਉਸ ਸਮੇਂ ਜਿਹੜਾ ਮੁੱਖ ਇਸ ਦਾ ਉਦੇਸ਼ ਸੀ ਭਾਰਤ ਨੂੰ ਪੂਰਨ ਸਵਰਾਜ ਦਿਵਾਉਣਾ ਸੀ ਜੀ। ਕੁਐਸਚਨ ਨੰਬਰ 21 ਹੈ ਜੀ, ਮੁਸਲਿਮ ਲੀਗ ਪਾਰਟੀ ਦੀ ਸਥਾਪਨਾ ਕਿਸ ਦੀ ਅਗਵਾਈ ਹੇਠ ਹੋਈ। ਆਪਸ਼ਨ ਹੈ ਜੀ ਸਰ ਸੈਯਦ ਅਹਿਮਦ ਖਾਂ, ਆਪਸ਼ਨ ਬੀ ਹੈ ਜੀ ਆਗਾ ਖਾਂ, ਆਪਸ਼ਨ ਸੀ ਹੈ ਜੀ A ਐਂਡ B ਦੋਨੋਂ, ਆਪਸ਼ਨ ਡੀ ਹੈ ਜੀ ਮੁਹੰਮਦ ਅਲੀ ਜਿਨਾ। ਤਾਂ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਸੋ ਮੁਸਲਿਮ ਲੀਗ ਸਥਾਪਨਾ ਜਿਹੜੀ ਹੈ, ਮੁਸਲਿਮ ਲੀਗ ਪਾਰਟੀ ਦੀ ਸਥਾਪਨਾ ਉਹ ਸਰ ਸੈਯਦ ਅਹਿਮਦ ਖਾਂ ਅਤੇ ਆਗਾ ਖਾਂ ਦੋਨਾਂ ਦੀ ਅਗਵਾਈ ਦੇ ਹੇਠ ਹੋਈ ਸੀ ਜੀ। ਕੁਐਸਚਨ ਨੰਬਰ 12 ਜੀ, ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ। ਆਪਸ਼ਨ ਏ ਜੀ 1907, ਆਪਸ਼ਨ ਬੀ ਹੈ ਜੀ 1908,
ऑप्शन सी है जी 1906, ऑप्शन डी है जी 1910। सही आंसर आएगा जी ऑप्शन सी जी 1906 ਦੇ ਵਿੱਚ ਜਿਹੜਾ ਢਾਕਾ ਦੇ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋਈ ਸੀ। ਕੁਐਸਚਨ ਨੰਬਰ ਅੱਗੇ ਹੈ ਜੀ 13, ਹਿੰਦੂ ਮਹਾਸਭਾ ਦੀ ਸਥਾਪਨਾ ਕਦੋਂ ਹੋਈ? ਆਪਸ਼ਨ ਏ ਜੀ 1910, ਆਪਸ਼ਨ ਸੀ ਹੈ ਜੀ 1924, ਆਪਸ਼ਨ ਬੀ ਆਪਸ਼ਨ ਅੱਗੇ ਡੀ ਹੈ ਜੀ 1907, ਆਪਸ਼ਨ ਡੀ ਹੈ ਜੀ 1908। ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ। ਸੋ 1906 ਦੇ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋਈ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ 1907 ਦੇ ਵਿੱਚ ਮੁਸਲਿਮ ਲੀਗ ਦੇ ਪ੍ਰਤੀਕਰਮ ਵਜੋਂ ਜਿਹੜਾ ਹੈ ਹਿੰਦੂ ਮਹਾਸਭਾ ਦੀ ਸਥਾਪਨਾ ਹੋਈ ਸੀ ਜੀ। ਅੱਗੇ ਜੀ ਕੁਐਸਚਨ ਨੰਬਰ 14, ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਦੋਂ ਹੋਈ? ਆਪਸ਼ਨ ਏ ਜੀ 1924, ਆਪਸ਼ਨ ਬੀ ਜੀ 1934, ਆਪਸ਼ਨ ਸੀ ਜੀ 1940, ਆਪਸ਼ਨ ਡੀ ਜੀ 1977। ਤਾਂ ਇਸਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਆ ਜੀ। ਸੋ 1924 ਦੇ ਵਿੱਚ ਜੀ। 1917 ਦੇ ਵਿੱਚ ਲੈਨਨ ਦੀ ਅਗਵਾਈ ਦੇ ਹੇਠ ਰੂਸੀ ਕ੍ਰਾਂਤੀ ਨੇ ਜਿਹੜਾ ਭਾਰਤੀ ਯੁਵਕਾਂ ਨੂੰ ਪ੍ਰਭਾਵਿਤ ਕੀਤਾ ਸੀ ਔਰ ਬ੍ਰਿਟਿਸ਼ ਰਾਜ ਪ੍ਰਤੀ ਉਹਨਾਂ ਨੇ ਮਿਹਨਤ ਮੁਤਾਜੀ ਦੀ ਥਾਂ 'ਤੇ ਜਿਹੜਾ ਵੀ ਮੁਤਾਜੀ ਕਰਨ ਦੀ ਥਾਂ 'ਤੇ ਕ੍ਰਾਂਤੀਕਾਰੀ ਸਾਧਨਾਂ ਦੁਆਰਾ ਰਾਸ਼ਟਰੀ ਆਜ਼ਾਦੀ ਪ੍ਰਾਪਤ ਕਰਨ ਲਈ ਉਤਸ਼ਾਹਿਤ ਜਿਹੜਾ ਕੀਤਾ ਸੀ ਉਹਨਾਂ ਭਾਰਤੀ ਯੁਵਕਾਂ ਨੂੰ। ਔਰ ਭਾਰਤੀ ਯੁਵਕਾਂ ਨੇ ਜਿਹੜਾ ਮਾਰਕਸਵਾਦੀ ਜਥੇਬੰਦੀਆਂ ਜਿਹੜੀਆਂ ਨੇ ਸਥਾਪਿਤ ਕੀਤੀਆਂ ਔਰ 1924 ਵਿੱਚ ਇਹਨਾਂ ਜਥੇਬੰਦੀਆਂ ਨੇ ਕਾਨਪੁਰ ਦੇ ਇੱਕ ਸੰਮੇਲਨ ਦੇ ਵਿੱਚ, ਕਿੱਥੇ ਹੋਈ ਸੀ? ਕਾਨਪੁਰ ਦੇ ਇੱਕ ਸੰਮੇਲਨ ਦੇ ਵਿੱਚ ਜਿਹੜਾ ਹੈ ਉੱਥੇ ਇਸ ਦੀ ਸਥਾਪਨਾ ਹੋਈ ਸੀ ਔਰ ਸ੍ਰੀ ਮਨਵਿੰਦਰ ਨਾਥ ਰਾਏ ਜਿਹੜਾ ਹੈ ਉਹਨਾਂ ਨੇ ਇਸ ਦੀ ਅਗਵਾਈ ਕੀਤੀ ਸੀ ਔਰ ਇਸ ਦੀ ਜਿਹੜੀ ਸਥਾਪਨਾ ਉਹ ਕੀਤੀ ਸੀ। ਜੇਕਰ ਪੁੱਛਿਆ ਜਾਏ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਿੱਥੇ ਹੋਈ ਸੀ? ਕਾਨਪੁਰ ਦੇ ਵਿੱਚ। ਕਿਸ ਨੇ ਕੀਤੀ ਸੀ? ਮਨਵਿੰਦਰ ਨਾਥ ਰਾਏ ਨੇ ਜੀ। ਕਦੋਂ ਕੀਤੀ ਸੀ? 1924 ਦੇ ਵਿੱਚ। ਨੈਕਸਟ ਹੈ ਜੀ ਕੁਐਸਚਨ ਨੰਬਰ 15, ਭਾਰਤੀ ਸਮਾਜਵਾਦੀ ਪਾਰਟੀ ਦੀ ਸਥਾਪਨਾ ਕੀਤੀ ਗਈ। ਆਪਸ਼ਨ ਏ ਜੀ 1924, ਆਪਸ਼ਨ ਬੀ ਜੀ 1934, ਆਪਸ਼ਨ ਸੀ ਜੀ 1944, ਆਪਸ਼ਨ ਡੀ ਜੀ 1954 ਦੇ ਵਿੱਚ। ਤਾਂ ਇਸਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ 1934 ਦੇ ਵਿੱਚ ਜੀ। ਸੋ 1934 ਦੇ ਵਿੱਚ ਕਾਂਗਰਸ ਦੀਆਂ ਆਰਥਿਕ ਨੀਤੀਆਂ ਨਾਲ ਅਸਹਿਮਤ ਨੇਤਾ ਜਿਹੜੇ ਸੀ, ਜਿਵੇਂ ਅਛੂਤ ਪਟਵਰਧਨ, ਆਚਾਰੀਆ ਨਰਿੰਦਰ ਦੇਵ, ਸ੍ਰੀ ਜੈ ਪ੍ਰਕਾਸ਼ ਨਾਰਾਇਣ ਔਰ ਡਾਕਟਰ ਰਾਮ ਮਨੋਹਰ ਲੋਹੀਆ ਵਰਗੇ ਸੀ ਜਿਹੜੇ, ਉਹਨਾਂ ਨੇ 1934 ਵਿੱਚ ਭਾਰਤੀ ਸਮਾਜਵਾਦੀ ਪਾਰਟੀ ਦੀ ਜਿਹੜੀ ਸਥਾਪਨਾ ਉਹ ਕੀਤੀ ਸੀ। ਕੁਐਸਚਨ ਨੰਬਰ ਅੱਗੇ 16 ਹੈ ਜੀ, ਕਿਸ ਸਾਲ ਭਾਰਤੀ ਕਮਿਊਨਿਸਟ ਪਾਰਟੀ ਦੋ ਪਾਰਟ ਹੋ ਗਈ? ਆਪਸ਼ਨ ਏ ਹੈ ਜੀ 1954, ਆਪਸ਼ਨ ਬੀ ਹੈ ਜੀ 1964, ਆਪਸ਼ਨ ਸੀ ਹੈ ਜੀ 1952, ਆਪਸ਼ਨ ਡੀ ਹੈ ਜੀ 1974। ਸਹੀ ਆਨਸਰ ਹੈ ਜੀ ਆਪਸ਼ਨ ਬੀ 1964 ਦੇ ਵਿੱਚ ਜਿਹੜੀ ਭਾਰਤੀ ਕਮਿਊਨਿਸਟ ਪਾਰਟੀ ਸੀ, ਦੋ ਪਾਰਟੀਆਂ ਦੇ ਵਿੱਚ ਵੰਡੀ ਗਈ ਜੀ, ਭਾਰਤੀ ਕਮਿਊਨਿਸਟ ਪਾਰਟੀ ਔਰ ਦੂਸਰੀ ਸੀ ਮਾਰਕਸਵਾਦੀ ਕਮਿਊਨਿਸਟ ਪਾਰਟੀ। ਨੈਕਸਟ ਹੈ ਜੀ ਕੁਐਸਚਨ ਨੰਬਰ 17, ਭਾਰਤੀ ਜਨਸੰਘ ਪਾਰਟੀ ਹੋਂਦ ਵਿੱਚ ਆਈ। ਆਪਸ਼ਨ ਏ ਜੀ 1952, ਆਪਸ਼ਨ ਬੀ ਜੀ 1962, ਆਪਸ਼ਨ ਸੀ ਜੀ 1862, ਆਪਸ਼ਨ ਡੀ ਜੀ 1972। ਸਹੀ ਆਨਸਰ ਹੈ ਜੀ ਆਪਸ਼ਨ ਏ ਜੀ 1952 ਦੇ ਵਿੱਚ। ਸੋ ਇਹ ਜਿਹੜਾ ਹੈ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਅਗਵਾਈ ਦੇ ਵਿੱਚ ਜਿਹੜੀ ਜਨਸੰਘ ਪਾਰਟੀ ਹੈ 1952 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 18, 1974 ਵਿੱਚ ਕਿਸ ਦੇ ਯਤਨਾਂ ਸਦਕਾ ਲੋਕ ਦਲ ਸਥਾਪਿਤ ਕੀਤਾ ਗਿਆ? ਆਪਸ਼ਨ ਏ ਹੈ ਜੀ ਲਾਲ ਕ੍ਰਿਸ਼ਨ ਅਡਵਾਨੀ, ਆਪਸ਼ਨ ਬੀ ਜੀ ਅਟਲ ਬਿਹਾਰੀ ਵਾਜਪਾਈ, ਆਪਸ਼ਨ ਸੀ ਜੀ ਚੌਧਰੀ ਚਰਨ ਸਿੰਘ, ਆਪਸ਼ਨ ਡੀ ਜੀ ਉਪਰੋਕਤ ਸਾਰੇ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ ਚੌਧਰੀ ਚਰਨ ਸਿੰਘ। ਸੋ ਕੁਐਸਚਨ ਦੂਸਰੇ ਤਰੀਕੇ ਨਾਲ ਵੀ ਆ ਸਕਦਾ ਹੈ ਕਿ ਚੌਧਰੀ ਚਰਨ ਸਿੰਘ ਨੇ ਲੋਕ ਦਲ ਦੀ ਸਥਾਪਨਾ ਕਦੋਂ ਕੀਤੀ? 1974 ਦੇ ਵਿੱਚ। ਜਾਂ ਜਿਹੜਾ ਹੈ ਲੋਕ ਦਲ ਕਿਸ ਦੁਆਰਾ ਸਥਾਪਿਤ ਕੀਤਾ ਗਿਆ? ਚੌਧਰੀ ਚਰਨ ਸਿੰਘ ਦੁਆਰਾ। ਨੈਕਸਟ ਹੈ ਜੀ ਕੁਐਸਚਨ ਨੰਬਰ 19, ਕਿਹੜੇ ਕਿਹੜੇ ਸਾਲ ਕਾਂਗਰਸ ਪਾਰਟੀ ਵੰਡੀ ਗਈ? ਆਪਸ਼ਨ ਏ ਜੀ 1962, ਆਪਸ਼ਨ ਬੀ ਜੀ 1972, ਆਪਸ਼ਨ ਸੀ ਜੀ 1968, 1978, ਆਪਸ਼ਨ ਸੀ ਜੀ 1970, 1980, ਆਪਸ਼ਨ ਡੀ ਜੀ 1965, 1975 ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ। ਸੋ 1968 ਅਤੇ 1978 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹ ਵੰਡੀ ਗਈ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 20, ਕਿਸ ਸੰਵਿਧਾਨਿਕ ਸੋਧ ਰਾਹੀਂ ਇੰਦਰਾ ਗਾਂਧੀ ਨੇ ਸਮਾਜਵਾਦ ਦੀ ਸਥਾਪਨਾ ਕਰਨ ਦਾ ਟੀਚਾ ਦੇਸ਼ ਦੇ ਸਾਹਮਣੇ ਰੱਖਿਆ? ਆਪਸ਼ਨ ਏ ਹੈ ਜੀ 44ਵੀਂ, ਆਪਸ਼ਨ ਬੀ ਹੈ ਜੀ 42ਵੀਂ, ਆਪਸ਼ਨ ਸੀ ਹੈ ਜੀ 43ਵੀਂ, ਆਪਸ਼ਨ ਡੀ ਹੈ ਜੀ 66ਵੀਂ।
सही आंसर आएगा जी ऑप्शन बी जी। ਆਪਾਂ ਬਹੁਤ ਵਾਰ ਡਿਸਕਸ ਕੀਤਾ 42ਵੀਂ ਸੋਧ 1976 ਦੇ ਵਿੱਚ ਹੋਈ ਸੀ, ਜਿਸ ਨੂੰ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ ਹੈ ਜਾਂ ਇੰਦਰਾ ਗਾਂਧੀ ਦਾ ਵੀ ਸੰਵਿਧਾਨ ਕਿਹਾ ਜਾਂਦਾ ਹੈ। ਔਰ ਇਸ ਦੇ ਵਿੱਚ ਜਿਹੜਾ ਹੈ ਇੰਦਰਾ ਗਾਂਧੀ ਨੇ ਸਮਾਜਵਾਦ ਦੀ ਸਥਾਪਨਾ ਕਰਨ ਦਾ ਟੀਚਾ ਰੱਖਿਆ ਸੀ। ਕੁਐਸਚਨ ਨੰਬਰ ਅੱਗੇ ਹੈ ਜੀ 21, ਭਾਰਤੀ ਜਨਤਾ ਪਾਰਟੀ ਕਦੋਂ ਹੋਂਦ ਵਿੱਚ ਆਈ? ਆਪਸ਼ਨ ਏ ਹੈ ਜੀ 12 ਅਪ੍ਰੈਲ 1980, ਆਪਸ਼ਨ ਬੀ ਹੈ ਜੀ 21 ਅਕਤੂਬਰ 1951, ਆਪਸ਼ਨ ਸੀ ਹੈ ਜੀ 6 ਅਪ੍ਰੈਲ 1980, ਆਪਸ਼ਨ ਡੀ ਹੈ ਜੀ 24 ਦਸੰਬਰ 1980। ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਹੋਂਦ ਦੇ ਵਿੱਚ ਆਈ ਸੀ। ਔਰ ਉਸ ਸਮੇਂ ਜਿਹੜਾ ਹੈ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਇਸ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਚੁਣਿਆ ਸੀ ਜੀ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਜਨਸੰਘ ਦਾ ਦੂਜਾ ਰੂਪ ਹੀ ਜਿਹੜਾ ਸਮਝਿਆ ਜਾਂਦਾ ਜੀ। ਔਰ ਜਨਸੰਘ ਪਾਰਟੀ ਦੇ ਜਨਮ ਦਾ ਤਾਂ ਆਪਾਂ ਪਿੱਛੇ ਪੜ੍ਹ ਚੁੱਕੇ ਕਿ ਹਿੰਦੂ ਮਹਾਸਭਾ ਦੇ ਪ੍ਰਸਿੱਧ ਨੇਤਾ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਸਨ। ਔਰ 21 ਅਕਤੂਬਰ 1951 ਨੂੰ ਕੁਝ ਪ੍ਰਸਿੱਧ ਨੇਤਾ ਜਿਹੜਾ ਦਿੱਲੀ 'ਚ ਇਕੱਠੇ ਹੋਏ ਅਤੇ ਇਸ ਸੰਮੇਲਨ ਉਪਰੰਤ ਹਿੰਦੂ ਮਹਾਸਭਾ ਵਿੱਚੋਂ ਜਨਸੰਘ ਜਿਹੜਾ ਹੋਂਦ ਦੇ ਵਿੱਚ ਆਇਆ ਸੀ। ਉਸ ਤੋਂ ਬਾਅਦ ਜਿਹੜਾ ਹੈ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਨਾਂ ਦਾ ਵੱਖਰਾ ਜਿਹੜਾ ਰਾਜਨੀਤਿਕ ਦਲ ਉਹ ਹੋਂਦ ਦੇ ਵਿੱਚ ਆਇਆ ਸੀ। ਕੁਐਸਚਨ ਨੰਬਰ ਅੱਗੇ 22 ਹੈ ਜੀ, ਭਾਰਤੀ ਜਨਤਾ ਪਾਰਟੀ ਦੇ ਝੰਡੇ ਵਿੱਚ ਹਰੇ ਅਤੇ ਕੇਸਰੀ ਰੰਗਾਂ ਦਾ ਅਨੁਪਾਤ ਹੈ। ਆਪਸ਼ਨ ਏ ਜੀ 1:2, ਆਪਸ਼ਨ ਬੀ ਜੀ 1:3, ਆਪਸ਼ਨ ਸੀ ਜੀ 1:4, ਆਪਸ਼ਨ ਡੀ ਜੀ 1:5। ਸਹੀ ਆਨਸਰ ਆਏਗਾ ਜੀ ਆਪਸ਼ਨ ਏ 1:2 ਹੈ ਜੀ। ਇਸ ਦਾ ਜਿਹੜਾ ਰਾਸ਼ਟਰੀ ਝੰਡਾ ਹੈ ਭਾਰਤੀ ਜਨਤਾ ਪਾਰਟੀ ਦਾ। ਔਰ ਇਹਦੇ ਝੰਡੇ ਦੇ ਉੱਪਰਲੇ ਹਿੱਸੇ ਵਿੱਚ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਜੀ, ਜੋ ਕਿ ਨੀਲੇ ਰੰਗ ਦੇ ਵਿੱਚ ਅੰਕਿਤ ਹੈ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 23, 1998 ਦੀਆਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਿੰਨੇ ਹਮਖਿਆਲੀ ਦਲਾਂ ਨਾਲ ਮਿਲ ਕੇ ਸਰਕਾਰ ਬਣਾਈ? ਆਪਸ਼ਨ ਹੈ ਜੀ 15, ਆਪਸ਼ਨ ਬੀ ਹੈ ਜੀ 5, ਆਪਸ਼ਨ ਸੀ ਹੈ ਜੀ 13, ਆਪਸ਼ਨ ਡੀ ਹੈ ਜੀ 3। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਸੋ 13 ਜਿਹੜੇ ਹਮਖਿਆਲੀ ਦਲ ਸੀਗੇ ਉਹਨਾਂ ਦੇ ਨਾਲ ਮਿਲ ਕੇ 1998 ਦੀਆਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਸਰਕਾਰ ਬਣਾਈ ਸੀ ਜੀ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਹੇਠ। ਔਰ ਬਾਅਦ ਦੇ ਵਿੱਚ ਇਹ ਜਿਹੜੀ ਸਰਕਾਰ ਹੈ ਸਿਰਫ 13 ਮਹੀਨੇ ਹੀ ਚੱਲੀ ਸੀ। 13 ਮਹੀਨਿਆਂ ਬਾਅਦ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਉਹ ਢਹਿ ਢੇਰੀ ਹੋ ਗਈ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ 24, 1957 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੂੰ ਕਿਸ ਰਾਜ ਦੀ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਹੋਇਆ? ਆਪਸ਼ਨ ਏ ਜੀ ਪੱਛਮੀ ਬੰਗਾਲ, ਆਪਸ਼ਨ ਬੀ ਜੀ ਮਹਾਰਾਸ਼ਟਰ, ਆਪਸ਼ਨ ਸੀ ਜੀ ਕੇਰਲ, ਆਪਸ਼ਨ ਡੀ ਹੈ ਜੀ ਮੱਧ ਪ੍ਰਦੇਸ਼। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਕੇਰਲ ਦੇ ਵਿੱਚ 1957 ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੂੰ ਜਿਹੜਾ ਹੈ ਉਸ ਦੀ ਵਿਧਾਨ ਸਭਾ ਦੇ ਵਿੱਚ ਕੇਰਲ ਦੇ ਵਿੱਚ ਬਹੁਮਤ ਪ੍ਰਾਪਤ ਹੋਇਆ ਸੀ। ਪਹਿਲੀ ਵਾਰ ਭਾਰਤ ਦੇ ਵਿੱਚ ਕਿਸੇ ਰਾਜ ਦੇ ਵਿੱਚ ਗੈਰ ਕਾਂਗਰਸੀ ਜਿਹੜੀ ਸਰਕਾਰ ਉਹ ਸਥਾਪਨਾ ਉਸ ਦੀ ਹੋਈ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ 25, ਭਾਰਤੀ ਕਮਿਊਨਿਸਟ ਪਾਰਟੀ ਦੀ ਵੰਡ ਦਾ ਤਤਕਾਲੀ ਕਾਰਨ ਸੀ? ਆਪਸ਼ਨ ਹੈ ਜੀ ਪਾਕਿਸਤਾਨ ਦਾ ਭਾਰਤ 'ਤੇ ਹਮਲਾ, ਆਪਸ਼ਨ ਬੀ ਹੈ ਜੀ ਚੀਨ ਦਾ ਭਾਰਤ 'ਤੇ ਹਮਲਾ, ਆਪਸ਼ਨ ਸੀ ਹੈ ਜੀ ਰੂਸ ਦਾ ਭਾਰਤ 'ਤੇ ਹਮਲਾ, ਆਪਸ਼ਨ ਡੀ ਹੈ ਜੀ ਬੰਗਾਲ ਦਾ ਭਾਰਤ 'ਤੇ ਹਮਲਾ ਜੀ। ਸੋ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਦੋ ਭਾਗਾਂ ਦੇ ਵਿੱਚ ਵੰਡੀ ਗਈ ਸੀ 1964 ਦੇ ਵਿੱਚ ਜਿਹੜੀ ਕਮਿਊਨਿਸਟ ਪਾਰਟੀ ਹੈ, ਭਾਰਤੀ ਕਮਿਊਨਿਸਟ ਪਾਰਟੀ ਔਰ ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਔਰ ਕਮਿਊਨਿਸਟ ਪਾਰਟੀ ਦੇ ਵਿੱਚ ਜੀ। ਸੋ ਇਸ ਦਾ ਜਿਹੜਾ ਕਾਰਨ ਸੀ ਉਹ ਸੀ ਆਪਸ਼ਨ ਬੀ ਸਹੀ ਹੈ ਜੀ, 1962 ਦਾ ਚੀਨ ਦਾ ਭਾਰਤ 'ਤੇ ਹਮਲਾ ਜੀ। ਸੋ ਭਾਰਤ ਦੀ ਜਿਹੜੀ ਭਾਰਤੀ ਕਮਿਊਨਿਸਟ ਪਾਰਟੀ ਸੀ ਉਸਨੇ ਇੱਕ ਮਤੇ ਰਾਹੀਂ ਚੀਨ ਦੇ ਇਸ ਹਮਲੇ ਦੀ ਨਿਖੇਧੀ ਕੀਤੀ, ਪਰ ਪਾਰਟੀ ਦੇ ਇੱਕ ਧੜੇ ਨੇ ਇਸ ਨਿਖੇਧੀ ਮਤੇ ਨੂੰ ਜਿਹੜਾ ਪਸੰਦ ਨਹੀਂ ਸੀ ਕੀਤਾ। ਔਰ ਅਪ੍ਰੈਲ 1964 ਵਿੱਚ ਦਲ ਦੀ ਸਾਲਾਨਾ ਬੈਠਕ ਵਿੱਚ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੇ 106 ਮੈਂਬਰਾਂ ਵਿੱਚੋਂ 32 ਮੈਂਬਰ ਪਾਰਟੀ ਤੋਂ ਵੱਖ ਹੋ ਗਏ। ਔਰ ਇਹਨਾਂ ਵੱਖ ਹੋਏ ਪਾਰਟੀ ਮੈਂਬਰਾਂ ਨੇ 8 ਸਤੰਬਰ 1964 ਨੂੰ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਜਿਹੜੀ ਉਹ ਕਰ ਲਈ ਸੀ। ਔਰ ਚੋਣ ਕਮਿਸ਼ਨ ਨੇ ਜਿਹੜਾ ਇਸ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਸੀ। ਅਗਲਾ ਜੀ ਕੁਐਸਚਨ ਨੰਬਰ 26, ਜਨਤਾ ਦਲ ਦੀ ਸਥਾਪਨਾ ਕਿੱਥੇ ਕੀਤੀ ਗਈ? ਆਪਸ਼ਨ ਹੈ ਜੀ ਕਾਨਪੁਰ, ਆਪਸ਼ਨ ਬੀ ਹੈ ਜੀ ਬੰਬਈ, ਆਪਸ਼ਨ ਸੀ ਜੀ ਬੰਗਲੌਰ, ਆਪਸ਼ਨ ਡੀ ਹੈ ਜੀ ਦਿੱਲੀ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਬੰਗਲੌਰ ਦੇ ਵਿੱਚ ਜਿਹੜਾ ਹੈ ਜਨਤਾ ਦਲ ਦੀ ਸਥਾਪਨਾ ਕੀਤੀ ਗਈ ਸੀ 11 ਅਕਤੂਬਰ 1988 ਨੂੰ।
ਜੇਕਰ ਪੁੱਛਿਆ ਜਾਏ ਕਿ ਜਨਤਾ ਦਲ ਦੀ ਸਥਾਪਨਾ ਕਦੋਂ ਕੀਤੀ ਗਈ ਸੀ, 11 ਅਕਤੂਬਰ 1988 ਨੂੰ। ਕਿੱਥੇ ਕੀਤੀ ਗਈ ਸੀ? ਬੰਗਲੌਰ ਵਿੱਚ। ਕੁਐਸਚਨ ਨੰਬਰ 27 ਹੈ ਜੀ, ਜਨਤਾ ਦਲ ਦਾ ਪ੍ਰਧਾਨ ਕਿਸ ਨੂੰ ਥਾਪਿਆ ਗਿਆ? ਸੋ ਜਿਹੜੀ ਪਾਰਟੀ ਬਣੀ ਸੀ ਜਨਤਾ ਦਲ, ਉਸ ਦਾ ਪ੍ਰਧਾਨ ਕਿਸ ਨੂੰ ਥਾਪਿਆ ਗਿਆ ਸੀ? ਆਪਸ਼ਨ ਹੈ ਜੀ HD ਦੇਵਗੌੜਾ, ਆਪਸ਼ਨ ਬੀ ਹੈ ਜੀ VP ਸਿੰਘ, ਆਪਸ਼ਨ ਸੀ ਹੈ ਜੀ ਚੌਧਰੀ ਦੇਵੀ ਲਾਲ, ਆਪਸ਼ਨ ਡੀ ਹੈ ਜੀ ਕੋਈ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਬੀ, VP ਸਿੰਘ ਨੂੰ ਜਿਹੜਾ ਇਸ ਦਾ ਪ੍ਰਧਾਨ ਥਾਪਿਆ ਗਿਆ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ 28, ਨਵੰਬਰ 1999 ਦੀਆਂ ਚੋਣਾਂ ਵਿੱਚ ਜਨਤਾ ਦਲ ਨੂੰ ਕਿੰਨੀਆਂ ਸੀਟਾਂ ਮਿਲੀਆਂ? ਆਪਸ਼ਨ ਹੈ ਜੀ 70, ਆਪਸ਼ਨ ਬੀ ਹੈ ਜੀ 170, ਆਪਸ਼ਨ ਸੀ ਹੈ ਜੀ 141, ਆਪਸ਼ਨ ਡੀ ਹੈ ਜੀ 270। ਸੋ ਜਿਹੜੇ ਕੁਐਸਚਨ ਨੇ ਸਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਬੁੱਕ ਹੈ ਔਰ ਜਿਹੜਾ ਟੌਪਿਕ ਹੈ ਉਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਸੋ ਉਸ ਦੇ ਵਿੱਚੋਂ ਵੀ ਤੁਸੀਂ ਇਸ ਨੂੰ ਜਿਹੜਾ ਕਰ ਸਕਦੇ ਹੋ 10th ਕਲਾਸ ਦੀ ਬੁੱਕ ਦੇ ਵਿੱਚੋਂ ਜੀ। ਇੰਪੋਰਟੈਂਟ ਕੁਐਸਚਨ ਨੇ, ਸਿਲੇਬਸ ਵੀ ਆਪਣਾ 10th ਤੱਕ ਦਾ ਹੈ। ਸੋ ਇਸ ਕਰਕੇ ਆਪਾਂ ਨੂੰ ਇਹ ਸਾਰੇ ਕੁਐਸਚਨ ਜਿਹੜੇ ਕਰਨੇ ਪੈਣਗੇ ਜੀ। ਤਾਂ ਇਸ ਦਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ, 141 ਜਿਹੜੀਆਂ ਸੀਟਾਂ ਨੇ ਉਹ ਪ੍ਰਾਪਤ ਹੋਈਆਂ ਸੀ ਅਤੇ VP ਸਿੰਘ ਦੀ ਅਗਵਾਈ ਦੇ ਹੇਠ ਜਿਹੜਾ ਰਾਸ਼ਟਰੀ ਮੋਰਚੇ ਦੀ ਸਰਕਾਰ ਬਣੀ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 29, ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਸ ਦੇ ਯਤਨਾਂ ਨਾਲ ਹੋਈ? ਆਪਸ਼ਨ ਹੈ ਜੀ ਮਾਸਟਰ ਤਾਰਾ ਸਿੰਘ, ਆਪਸ਼ਨ ਬੀ ਹੈ ਜੀ ਬਾਬਾ ਖੜਕ ਸਿੰਘ, ਆਪਸ਼ਨ ਸੀ ਹੈ ਜੀ ਬਾਬਾ ਨੌਧ ਸਿੰਘ, ਆਪਸ਼ਨ ਡੀ ਹੈ ਜੀ ਉਪਰੋਕਤ ਸਾਰੇ, ਆਪਸ਼ਨ ਈ ਹੈ ਜੀ A ਐਂਡ B। ਸੋ ਦੋ ਤਰ੍ਹਾਂ ਦੀ ਦਲ ਪ੍ਰਣਾਲੀ ਹੈ ਜੀ ਆਪਣੇ ਜਿਹੜਾ ਹੈ, ਇੱਕ ਖੇਤਰੀ ਦਲ ਹੁੰਦੇ ਨੇ, ਦੂਸਰਾ ਜਿਹੜਾ ਹੈ ਰਾਸ਼ਟਰੀ ਦਲ ਨੇ ਜੀ। ਰਾਸ਼ਟਰੀ ਦਲ ਜਿਹੜੇ ਪੂਰੇ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਇਲੈਕਸ਼ਨ ਲੜਦੇ ਨੇ ਜੀ, ਜਿਸ ਤਰ੍ਹਾਂ ਆਪਣਾ ਹੋ ਗਿਆ ਜੀ ਕਾਂਗਰਸ ਹੈ ਜਾਂ ਆਪਣਾ BJP ਹੈ ਜੀ, ਔਰ ਜਿਹੜਾ ਆਪਣੇ ਖੇਤਰੀ ਦਲ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਇਹਨਾਂ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਹੀ ਜ਼ਿਆਦਾ ਜਿਹੜੀ ਮਾਨਤਾ ਹੈ। ਸੋ ਇਸ ਕਰਕੇ ਇਹਨਾਂ ਨੂੰ ਖੇਤਰੀ ਦਲ ਕਿਹਾ ਜਾਂਦਾ। ਔਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਉਹ 1920 ਦੇ ਵਿੱਚ ਹੋਈ ਸੀ ਜੀ, ਔਰ ਮਾਸਟਰ ਤਾਰਾ ਸਿੰਘ ਅਤੇ ਖੜਕ ਸਿੰਘ। ਸੋ ਇਸ ਦਾ ਆਨਸਰ ਆਪਸ਼ਨ E ਆਏਗਾ। ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਦੇ ਯਤਨਾਂ ਨਾਲ ਇਸ ਜਿਹੜੀ ਹੈ ਸਥਾਪਨਾ ਹੋਈ ਸੀ। ਔਰ ਆਰੰਭ ਵਿੱਚ ਇਸ ਦਲ ਦਾ ਉਦੇਸ਼ ਪਵਿੱਤਰ ਗੁਰਧਾਮਾਂ ਨੂੰ ਮਹੰਤਾਂ ਦੇ ਕਬਜ਼ੇ ਦੇ ਵਿੱਚੋਂ ਛੁਡਾਉਣਾ ਅਤੇ ਉਹਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਸੀ। ਕੁਐਸਚਨ ਆ ਸਕਦਾ ਹੈ ਕਿ ਆਰੰਭ ਦੇ ਵਿੱਚ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਵ ਕੀ ਸੀ? ਤਾਂ ਗੁਰਧਾਮਾਂ ਨੂੰ, ਪਵਿੱਤਰ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਾਉਣਾ ਅਤੇ ਉਹਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 30 ਹੈ ਜੀ, 1957 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਕਿਸ ਨਾਲ ਮਿਲ ਕੇ ਪੰਜਾਬ ਵਿੱਚ ਚੋਣਾਂ ਲੜੀਆਂ? ਆਪਸ਼ਨ ਹੈ ਜੀ ਭਾਰਤੀ ਜਨਤਾ ਪਾਰਟੀ, ਆਪਸ਼ਨ ਬੀ ਜੀ ਜਨਤਾ ਪਾਰਟੀ, ਆਪਸ਼ਨ ਸੀ ਹੈ ਜੀ ਕਾਂਗਰਸ, ਆਪਸ਼ਨ ਡੀ ਹੈ ਜੀ ਲੋਕ ਦਲ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਸੋ ਇੱਦਾਂ ਦੇ ਜਿਹੜੇ ਕੁਐਸਚਨ ਹੁੰਦੇ ਨੇ ਜਿਹੜੇ ਕਿ ਆਪਣੇ ਬਿਲਕੁਲ ਐਂ ਲੱਗਦਾ ਕਿ ਕਾਂਗਰਸ ਦੇ ਨਾਲ ਜਿਸ ਤਰ੍ਹਾਂ ਕਿ ਅਕਾਲੀ ਦਲ ਮਿਲ ਹੀ ਨਹੀਂ ਸਕਦਾ, ਕਿਉਂਕਿ ਵਿਰੋਧੀ ਦਲ ਵਜੋਂ ਹਮੇਸ਼ਾ ਰਹੇ ਨੇ ਕਾਂਗਰਸ ਅਤੇ ਅਕਾਲੀ ਦਲ, ਔਰ ਇਸ ਕਰਕੇ ਆਪਾਂ ਇਸ ਕੁਐਸਚਨ ਬਾਰੇ ਸੋਚ ਨਹੀਂ ਸਕਦੇ। ਬਟ 1957 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਅਕਾਲੀ ਦਲ ਨੇ ਕਾਂਗਰਸ ਨਾਲ ਮਿਲ ਕੇ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਸੀ, ਔਰ ਇਸ ਦੇ 26 ਉਮੀਦਵਾਰ ਜਿਹੜੇ ਨੇ ਉਹ ਸਫਲ ਹੋਏ ਸਨ। ਪਰ ਜ਼ਿਆਦਾ ਦੇਰ ਇਹ ਜਿਹੜਾ ਸਮਝੌਤਾ ਉਹ ਸਥਿਰ ਨਾ ਰਿਹਾ, ਔਰ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਅਧੀਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਵੱਖਰੇ ਦਲ ਦੇ ਰੂਪ ਦੇ ਵਿੱਚ ਕੰਮ ਕਰਨ ਲੱਗਾ ਜੀ। ਔਰ ਉਸ ਸਮੇਂ 1957 ਦੇ ਵਿੱਚ ਜਿਹੜਾ ਅਕਾਲੀ ਦਲ ਦਾ ਮੁੱਖ ਰਾਜਨੀਤਿਕ ਉਦੇਸ਼ ਸੀ ਉਹ ਸੀ ਪੰਜਾਬੀ ਸੂਬੇ ਦੀ ਸਥਾਪਨਾ ਕਰਵਾਉਣਾ। ਕੁਐਸਚਨ ਨੰਬਰ ਹੈ ਜੀ 31 ਜੀ, ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕੀਤਾ ਗਿਆ। ਆਪਸ਼ਨ ਹੈ ਜੀ 1 ਨਵੰਬਰ 1956, ਆਪਸ਼ਨ ਬੀ ਜੀ 1 ਨਵੰਬਰ 1966, ਆਪਸ਼ਨ ਸੀ ਜੀ 7 ਦਸੰਬਰ 1946, ਆਪਸ਼ਨ ਡੀ ਹੈ ਜੀ 15 ਅਗਸਤ 1947। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ, 1 ਨਵੰਬਰ 1966 ਨੂੰ ਜਿਹੜੀ ਹੈ ਪੰਜਾਬ ਦੀ ਭਾਸ਼ਾ ਦੇ ਆਧਾਰ 'ਤੇ ਵੰਡ ਹੋਈ ਸੀ, ਜਾਂ ਕਹਿ ਸਕਦੇ ਕਿ ਪੁਨਰਗਠਨ ਕੀਤਾ ਗਿਆ ਸੀ, ਜਿਸ ਦੇ ਵਿੱਚੋਂ ਹਿਮਾਚਲ ਅਤੇ ਹਰਿਆਣਾ ਨਿਕਲੇ ਸੀ ਜੀ। ਔਰ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਜਿਹੜੀ ਪੰਜਾਬ ਦੀ 1 ਨਵੰਬਰ 1966 ਨੂੰ ਵੰਡ ਹੋਈ ਕਿਸ ਕਾਰਨ ਹੋਈ? ਜ਼ਿਆਦਾ ਏਰੀਏ ਦੇ ਕਾਰਨ ਹੋਈ ਜਾਂ ਭਾਸ਼ਾ ਦੇ ਆਧਾਰ 'ਤੇ ਹੋਈ ਜਾਂ ਕਿਸ ਆਧਾਰ 'ਤੇ ਹੋਈ? ਤਾਂ ਯਾਦ ਰੱਖਣਾ ਕਿ ਭਾਸ਼ਾ ਦੇ ਆਧਾਰ 'ਤੇ ਜਿਹੜੀ ਵੰਡ ਆ ਉਹ ਹੋਈ ਸੀ। ਕੁਐਸਚਨ ਨੰਬਰ 32 ਹੈ ਜੀ, ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਟੌਹੜਾ ਕਦੋਂ ਹੋਂਦ ਵਿੱਚ ਆਏ? ਆਪਸ਼ਨ ਹੈ ਜੀ 1996, ਆਪਸ਼ਨ ਬੀ ਜੀ 1999, ਆਪਸ਼ਨ ਸੀ ਜੀ 1995, ਆਪਸ਼ਨ ਡੀ ਹੈ ਜੀ 2001। ਤਾਂ ਸਹੀ ਇਸ ਦਾ ਜਿਹੜਾ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ, 1999 ਦੇ ਵਿੱਚ ਜਿਹੜਾ ਅਕਾਲੀ ਦਲ ਹੈ ਉਹ ਮੁੜ ਦੁਬਾਰਾ ਜਿਹੜਾ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ, ਅਕਾਲੀ ਦਲ ਬਾਦਲ ਅਤੇ ਦੂਸਰਾ ਸੀ ਸਰਵ ਭਾਰਤੀ ਅਕਾਲੀ ਦਲ ਟੌਹੜਾ। ਨੈਕਸਟ ਹੈ ਜੀ ਕੁਐਸਚਨ ਨੰਬਰ 33,
ਵਰਤਮਾਨ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਕਿਹੜਾ ਦਲ ਵਿਰੋਧੀ ਦਲ ਦੀ ਭੂਮਿਕਾ ਨਿਭਾ ਰਿਹਾ ਹੈ? ਆਪਸ਼ਨ ਏ ਜੀ ਅਕਾਲੀ ਦਲ ਬਾਦਲ, ਆਪਸ਼ਨ ਬੀ ਹੈ ਜੀ ਕਾਂਗਰਸ, ਆਪਸ਼ਨ ਸੀ ਹੈ ਜੀ ਆਮ ਆਦਮੀ ਪਾਰਟੀ, ਆਪਸ਼ਨ ਡੀ ਹੈ ਜੀ ਲੋਕ ਭਲਾਈ ਪਾਰਟੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ। ਇਸ ਸਮੇਂ ਜਿਹੜਾ ਵਿਰੋਧੀ ਦਲ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਆਮ ਆਦਮੀ ਪਾਰਟੀ ਜੀ। ਅਕਾਲੀ ਦਲ ਜਿਹੜਾ ਉਹ ਤੀਸਰੇ ਸਥਾਨ 'ਤੇ, ਔਰ ਕਾਂਗਰਸ ਜਿਹੜਾ ਸੱਤਾਧਾਰੀ ਦਲ ਹੈ ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਨੈਕਸਟ ਹੈ ਜੀ ਕੁਐਸਚਨ ਨੰਬਰ 34 ਹੈ ਜੀ, ਹੇਠ ਲਿਖਿਆਂ ਵਿੱਚੋਂ ਗਲਤ ਮਿਲਾਨ ਕਿਹੜਾ ਹੈ? ਆਪਸ਼ਨ ਪਾਰਟੀ ਹੈ ਜੀ, ਚੋਣ ਨਿਸ਼ਾਨ ਹੈ ਸਾਹਮਣੇ ਉਸਦਾ, ਅਕਾਲੀ ਦਲ ਤੱਕੜੀ, ਕਾਂਗਰਸ ਹੱਥ ਪੰਜਾ, ਆਮ ਆਦਮੀ ਝਾੜੂ, ਡੀ ਹੈ ਜੀ ਭਾਰਤੀ ਜਨਤਾ ਪਾਰਟੀ ਕੇਸਰੀ ਝੰਡਾ। ਸੋ ਇੱਦਾਂ ਦੇ ਕੁਐਸਚਨ ਵੀ ਆ ਸਕਦੇ ਨੇ, ਔਰ ਇੱਕ ਦੋ ਪਾਰਟੀਆਂ ਦੇ ਹੋਰ ਨੇ ਜੀ ਚੋਣ ਨਿਸ਼ਾਨ, ਉਹ ਵੀ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਔਰ ਇੱਥੇ ਜਿਹੜਾ ਗਲਤ ਆਨਸਰ ਹੋਏਗਾ ਉਹ ਹੋਏਗਾ ਜੀ ਗਲਤ ਮਿਲਾਨ ਆਪਸ਼ਨ ਡੀ ਜੀ। ਆਪਾਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਕਮਲ ਦਾ ਫੁੱਲ ਹੈ ਜੀ। ਸੋ ਅਲੱਗ-ਅਲੱਗ ਵੀ ਕੁਐਸਚਨ ਆ ਸਕਦਾ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਕੀ ਹੈ? ਤੱਕੜੀ, ਕਾਂਗਰਸ ਦਾ ਹੱਥ ਪੰਜਾ, ਔਰ ਆਮ ਆਦਮੀ ਪਾਰਟੀ ਦਾ ਝਾੜੂ, ਔਰ ਭਾਰਤੀ ਜਨਤਾ ਪਾਰਟੀ ਦਾ ਕਮਲ। ਕੁਐਸਚਨ ਨੰਬਰ ਹੈ ਜੀ ਅੱਗੇ, ਇੱਥੇ ਕੁਐਸਚਨ ਬਣਾਉਣ ਲੱਗੇ ਸੀ ਜੀ ਬਟ ਕੁਐਸਚਨ ਦੇ ਵਿੱਚ ਹੀ ਆਨਸਰ ਆ ਗਿਆ ਕਿ ਸਰਕਾਰ ਨੂੰ ਨਿਰੰਕੁਸ਼ ਹੋਣ ਤੋਂ ਕੌਣ ਰੋਕਦਾ? ਤਾਂ ਇਸ ਦਾ ਆਨਸਰ ਆਏਗਾ ਵਿਰੋਧੀ ਦਲ। ਸੋ ਵਿਰੋਧੀ ਦਲ ਦੀ ਇੱਕ ਖਾਸ ਭੂਮਿਕਾ ਹੁੰਦੀ ਹੈ ਕਿ ਸਰਕਾਰ ਦੇ ਉੱਤੇ ਜਿਹੜਾ ਹੈ ਉਸ ਦੀ ਨਿਰੰਕੁਸ਼ਤਾ ਨੂੰ, ਜਾਂ ਕਹਿ ਸਕਦੇ ਹਾਂ ਕਿ ਜੇ ਕੋਈ ਗਲਤ ਕਾਨੂੰਨ ਬਣਦੀ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਉਹ ਕਰਦਾ ਜੀ। ਕੁਐਸਚਨ ਨੰਬਰ ਅੱਗੇ ਜੀ 35, ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਇਸ ਦਲ ਦਾ ਮੂਲ ਵਿਧਾਨ ਕਦੋਂ ਸਵੀਕਾਰ ਕੀਤਾ? ਸੋ ਕੁਝ ਮੰਤਵ ਸੀ ਜੀ ਸ਼੍ਰੋਮਣੀ ਅਕਾਲੀ ਦਲ ਦੇ, ਔਰ ਉਸ ਲਈ ਇੱਕ ਜਿਹੜਾ ਵਿਧਾਨ ਆਪਾਂ ਕਹਿ ਸਕਦੇ ਹਾਂ ਬਣਾਇਆ ਗਿਆ ਸੀ ਉਹ ਕਦੋਂ ਸਵੀਕਾਰ ਕੀਤਾ? ਆਪਸ਼ਨ ਏ ਜੀ 2 ਸਤੰਬਰ 1974, ਆਪਸ਼ਨ ਬੀ ਹੈ ਜੀ 5 ਸਤੰਬਰ 1977, ਆਪਸ਼ਨ ਸੀ ਹੈ ਜੀ 12 ਦਸੰਬਰ 1988, ਡੀ ਹੈ ਜੀ 28 ਅਕਤੂਬਰ 1947। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਜੀ 2 ਸਤੰਬਰ 1974 ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਜਿਹੜਾ ਵਿਧਾਨ ਤਿਆਰ ਕੀਤਾ ਸੀ, ਸੋ ਇਸ ਦਲ ਲਈ ਸਵੀਕਾਰ ਕੀਤਾ ਗਿਆ ਸੀ। ਉਸ ਵਿਧਾਨ ਵਿੱਚ ਅਕਾਲੀ ਦਲ ਨੇ ਬਹੁਤ ਸਾਰੇ ਮੰਤਵਾਂ ਦਾ ਜਿਹੜਾ ਵਰਣਨ ਕੀਤਾ ਸੀ ਕਿਉਂ ਬਣਾਇਆ, ਜਿਵੇਂ ਆ ਕਿ ਗੁਰਮਤਿ ਅਤੇ ਰਹਿਤ ਮਰਿਆਦਾ ਦਾ ਪ੍ਰਚਾਰ ਅਤੇ ਨਾਸਤਿਕਤਾ ਅਤੇ ਮਨਮਤ ਵਿਰੁੱਧ ਪ੍ਰਚਾਰ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ ਅਤੇ ਸੇਵਾ ਸੰਭਾਲ ਲਈ ਉੱਦਮ ਕਰਨਾ ਜੀ। ਸੋ ਇੱਦਾਂ ਦੇ ਇਹਦੇ ਉਦੇਸ਼ ਸੀ ਜੀ ਸ਼ੁਰੂ ਤੋਂ। ਗੁਰਮਤਿ ਦੇ ਆਸ਼ੇ ਅਨੁਸਾਰ ਅਨਪੜ੍ਹਤਾ, ਛੂਤ-ਛਾਤ, ਜਾਤ ਪਾਤ ਵਿਤਕਰੇ ਨੂੰ ਹਟਾਉਣਾ, ਕੰਗਾਲੀ, ਥੋੜ, ਭੁੱਖਮਰੀ, ਨੰਗ ਨੂੰ ਦੂਰ ਕਰਨਾ, ਜੋ ਵਾਅਦੇ ਆਪਾਂ ਨੂੰ ਅਕਸਰ ਕਰਦੇ ਨੇ ਬਹੁਤ, ਜਿਹਦੇ ਵਿੱਚੋਂ ਝੂਠੇ ਹੁੰਦੇ ਨੇ ਜੀ। ਸੋ ਇਹੀ ਮੰਤਵ ਨੇ। ਔਰ ਮੰਦੀ ਸਿਹਤ ਅਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਅ, ਨਸ਼ਿਆਂ ਦੀ ਵਰਤੋਂ ਅਤੇ ਬੰਦਸ਼, ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਜਿਹੜੀ ਉਤਸ਼ਾਹ ਨਾਲ ਅੱਗੇ ਵੱਧ ਸਕੇ। ਸੋ ਇੱਦਾਂ ਦੇ ਜਿਹੜੇ ਇਹ ਤੇ ਮੰਤਵ ਸੀ ਜੀ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਸੀ 2 ਸਤੰਬਰ 1974 ਨੂੰ। ਸੋ ਇਹ ਸੀ ਜੀ ਅੱਜ ਦੇ ਆਪਣੇ 35 ਕੁਐਸਚਨ ਸੀ ਜੀ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਲਾਈਕ ਕਰਨਾ ਜੀ। ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ਲਾਸਟ ਇੱਕ ਟੌਪਿਕ ਰਹਿ ਗਿਆ ਜੀ ਆਪਣਾ, ਉਸ ਤੋਂ ਬਾਅਦ ਜਿਹੜਾ ਜੋਗਰਾਫੀ ਸਟਾਰਟ ਕਰ ਦਾਂਗੇ। ਬਹੁਤ ਸਾਰੇ ਕਮੈਂਟ ਸੀ ਕਿ ਜੋਗਰਾਫੀ ਸਟਾਰਟ ਕੀਤੀ ਜਾਵੇ, ਔਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜਾ ਪੇਪਰ ਤੱਕ ਜਿੰਨਾ ਵੀ ਸਿਲੇਬਸ ਕਵਰ ਹੋ ਸਕੇ ਉਸ ਨੂੰ ਕਵਰ ਕਰਨ ਦੀ। ਥੈਂਕ ਯੂ ਫॉर ਵਾਚਿੰਗ ਦ ਵੀਡੀਓ।